ਮੇਰੀ ਪਤਨੀ ਡਾਕਟਰ ਸੀ। ਹਰ ਰੋਜ਼ ਰਾਤ ਨੂੰ ਉਸਦੀ ਡਿਊਟੀ ਹੁੰਦੀ ਸੀ। ਅਚਾਨਕ ਮੇਰੀ ਪਤਨੀ ਕੋਲ ਪੈਸਾ ਬਹੁਤ ਆ ਗਿਆ। ਪਤਨੀ ਦਾ ਰਾਜ਼ ਜਾਣਨ ਲਈ ਇੱਕ ਦਿਨ ਮੈਂ ਉਸਦੇ ਹਸਪਤਾਲ ਗਿਆ। ਹਸਪਤਾਲ ਵਿੱਚ ਬਹੁਤ ਛੋਟੇ-ਛੋਟੇ ਬੱਚੇ ਸਨ। ਜਦੋਂ ਮੈਂ ਪਤਨੀ ਦੇ ਕਮਰੇ ਵਿੱਚ ਗਿਆ ਤਾਂ ਮੇਰੇ ਹੋਸ਼ ਉੱਡ ਗਏ, ਕਿਉਂਕਿ ਮੇਰੀ ਪਤਨੀ 4 ਡਾਕਟਰਾਂ ਨਾਲ ਰਾਤ ਦੇ ਇਸ ਪਹਿਰ 'ਚ ਜੋ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਉਸ 'ਤੇ ਯਕੀਨ ਨਹੀਂ ਹੋ ਰਿਹਾ ਸੀ। ਮੇਰੀ ਉਹ ਪਤਨੀ ਜਿਸ 'ਤੇ ਮੈਨੂੰ ਖੁਦ ਤੋਂ ਜ਼ਿਆਦਾ ਭਰੋਸਾ ਸੀ, ਉਸਨੇ ਹੀ ਸਭ ਖਤਮ ਕਰ ਦਿੱਤਾ। ਮੇਰੀ ਪਤਨੀ ਮਰੀਜ਼ਾਂ ਦੇ ਇਲਾਜ ਦੇ ਨਾਮ 'ਤੇ ਰਾਤਾਂ ਹਸਪਤਾਲ 'ਚ ਗੁਜ਼ਾਰਿਆ ਕਰਦੀ, ਪਰ ਮੈਨੂੰ ਕਦੇ ਇਹ ਖਬਰ ਹੀ ਨਾ ਹੋਈ ਕਿ ਉਹ ਰਾਤਾਂ ਨੂੰ ਕੀ ਕਰਦੀ ਹੈ। ਮੈਂ ਤਾਂ ਸਮਝਦਾ ਸੀ ਕਿ ਉਹ ਆਪਣੇ ਕੰਮ ਪ੍ਰਤੀ ਜਾਗਰੂਕ ਹੈ, ਪਰ ਹੱਦ ਤੋਂ ਜ਼ਿਆਦਾ ਪਿਆਰ ਤੇ ਭਰੋਸਾ ਇਨਸਾਨ ਨੂੰ ਬਰਬਾਦ ਕਰਕੇ ਰੱਖ ਦਿੰਦਾ ਹੈ, ਜਿਵੇਂ ਕਿ ਮੇਰੇ ਨਾਲ ਹੋਇਆ। ਮੈਂ ਅੱਖਾਂ ਬੰਦ ਕਰਕੇ ਉਸ 'ਤੇ ਵਿਸ਼ਵਾਸ ਕੀਤਾ ਸੀ ਕਿ ਉਹ ਮੈਨੂੰ ਕਦੇ ਧੋਖਾ ਨਹੀਂ ਦੇਵੇਗੀ, ਪਰ ਮੇਰੀ ਪਤਨੀ ਨੇ ਮੈਨੂੰ ਕਿਸੇ ਨੂੰ ਮੂੰਹ ਦਿਖਾਉਣ ਜੋਗਾ ਨਹੀਂ ਛੱਡਿਆ ਸੀ। ਯਕੀਨਨ ਉਹ ਬੜੀ ਬੇਸ਼ਰਮ ਸੀ। ਮੈਂ ਉਸ ਬਾਰੇ ਅਜਿਹਾ ਸੋਚ ਵੀ ਨਹੀਂ ਸਕਦਾ ਸੀ ਕਿ ਉਹ ਇਸ ਤਰ੍ਹਾਂ ਕਰ ਸਕਦੀ ਹੈ। ਰਾਤਾਂ ਨੂੰ ਹਸਪਤਾਲ ਦੇ ਇੱਕ ਫੋਨ 'ਤੇ ਭੱਜਣਾ, ਮਰੀਜ਼ਾਂ ਦੇ ਨਾਮ ਤੋਂ ਬੇਚੈਨ ਹੋਣਾ, ਮੇਰੇ ਲੱਖ ਕਹਿਣ 'ਤੇ ਵੀ ਇੱਕ ਛੁੱਟੀ ਨਾ ਕਰਨਾ ਤੇ ਕੁਝ ਮਹੀਨਿਆਂ ਵਿੱਚ ਹੀ ਇੰਨੇ ਪੈਸੇ ਕਮਾ ਲੈਣਾ, ਇੱਕ-ਇੱਕ ਕਰਕੇ ਮੈਨੂੰ ਹਰ ਗੱਲ ਸਮਝ ਆ ਰਹੀ ਸੀ। ਮੈਂ ਹਸਪਤਾਲ ਦੇ ਬਾਹਰ ਬੈਠਾ ਆਪਣੇ ਪਿਛਲੇ ਸਮੇਂ ਵਿੱਚ ਖੋ ਗਿਆ। ਮੇਰੇ ਤੇ ਰਜਨੀ ਦੇ ਵਿਆਹ ਨੂੰ 3 ਸਾਲ ਹੋ ਚੁੱਕੇ ਸਨ। ਇਹਨਾਂ 3 ਸਾਲਾਂ ਵਿੱਚ ਸਾਡੇ ਕੋਈ ਔਲਾਦ ਨਹੀਂ ਹੋਈ, ਪਰ ਇਸ ਗੱਲ ਦਾ ਮੈਨੂੰ ਕੋਈ ਦੁੱਖ ਨਹੀਂ ਸੀ। ਮੇਰਾ ਮੰਨਣਾ ਸੀ ਕਿ ਇਹ ਉੱਪਰ ਵਾਲੇ ਦੀ ਦੇਣ ਹੈ। ਜਦੋਂ ਰੱਬ ਨੇ ਚਾਹਿਆ ਉਦੋਂ ਸਾਡੇ ਔਲਾਦ ਵੀ ਹੋ ਜਾਵੇਗੀ। ਮੈਂ ਆਪਣੀ ਪਤਨੀ ਨੂੰ ਬਹੁਤ ਪਿਆਰ ਕਰਦਾ ਸੀ। ਮੈਨੂੰ ਮਾਣ ਸੀ ਉਸ 'ਤੇ। ਦਿਨ ਹੋਵੇ ਜਾਂ ਰਾਤ, ਰਜਨੀ ਕਦੇ ਆਪਣੀ ਡਿਊਟੀ ਤੋਂ ਪਿੱਛੇ ਨਹੀਂ ਹਟਦੀ ਸੀ। ਉਹ ਇੱਕ ਛੋਟੇ ਹਸਪਤਾਲ ਵਿੱਚ ਕੰਮ ਕਰਦੀ ਸੀ। ਜਦੋਂ ਵੀ ਉਸਨੂੰ ਹਸਪਤਾਲ ਤੋਂ ਫੋਨ ਆਉਂਦਾ, ਉਹ ਸਭ ਕੁਝ ਛੱਡ ਕੇ ਹਸਪਤਾਲ ਚਲੇ ਜਾਂਦੀ। ਮੈਂ ਤੇ ਰਜਨੀ ਅਲੱਗ ਘਰ ਵਿੱਚ ਰਹਿੰਦੇ ਸੀ। ਪਰਿਵਾਰ ਤੋਂ ਅਲੱਗ ਰਹਿਣ ਦਾ ਫੈਸਲਾ ਵੀ ਮੈਨੂੰ ਰਜਨੀ ਕਰਕੇ ਹੀ ਲੈਣਾ ਪਿਆ। ਰਜਨੀ ਦੇ ਕੰਮ ਕਰਕੇ ਹੀ ਮੈਂ ਇੱਕ ਅਲੱਗ ਘਰ ਵਿੱਚ ਰਹਿਣ ਦਾ ਫੈਸਲਾ ਲਿਆ ਸੀ। ਮੈਂ ਖੁਦ ਇੱਕ ਟਿਊਸ਼ਨ ਟੀਚਰ ਸੀ ਤੇ ਆਪਣਾ ਕੋਚਿੰਗ ਸੈਂਟਰ ਚਲਾਉਂਦਾ ਸੀ। ਮੇਰਾ ਕੰਮ ਚੰਗਾ ਚੱਲਦਾ ਸੀ। ਸਾਡੇ ਘਰ ਦੇ ਹਾਲਾਤ ਵੀ ਠੀਕ ਸਨ ਅਤੇ ਰਜਨੀ ਦੀ ਤਨਖਾਹ ਵੀ ਚੰਗੀ ਸੀ। ਉਹ ਆਪਣਾ ਸਾਰਾ ਕੰਮ ਆਪ ਹੀ ਕਰਦੀ ਸੀ। ਉਸਨੇ ਕਦੇ ਮੇਰੇ ਕੋਲੋਂ ਕੋਈ ਫਰਮਾਇਸ਼ ਨਹੀਂ ਕੀਤੀ ਸੀ। ਪਰ ਫਿਰ ਸਾਡੀ ਜ਼ਿੰਦਗੀ ਵਿੱਚ ਅਜਿਹਾ ਮੋੜ ਆਇਆ ਜਿਸ ਨਾਲ ਸਭ ਕੁਝ ਬਦਲ ਗਿਆ। ਮੈਨੂੰ ਪਤਾ ਲੱਗ ਗਿਆ ਕਿ ਇਨਸਾਨ ਜਿਵੇਂ ਦਿਖਦਾ ਹੈ, ਅਸਲ ਜ਼ਿੰਦਗੀ ਵਿੱਚ ਅਜਿਹਾ ਨਹੀਂ ਹੁੰਦਾ। ਮੇਰੀ ਛੋਟੀ ਭੈਣ ਦਾ ਵਿਆਹ ਤੈਅ ਹੋ ਗਿਆ। ਹੌਲੀ-ਹੌਲੀ ਸਾਰੀਆਂ ਰਸਮਾਂ ਨਿਭਾਈਆਂ ਜਾ ਰਹੀਆਂ ਸਨ। ਮੇਰੀ ਇਕਲੌਤੀ ਭੈਣ ਦੇ ਵਿਆਹ ਵਿੱਚ ਵੀ ਰਜਨੀ ਨੇ ਹਸਪਤਾਲ ਤੋਂ ਕੋਈ ਛੁੱਟੀ ਨਾ ਲਈ। ਉਹ ਆਪਣੇ ਕੰਮ ਵਿੱਚ ਵਿਅਸਤ ਰਹੀ। ਪਿਛਲੇ ਕੁਝ ਸਮੇਂ ਤੋਂ ਉਹ ਰਾਤ ਦੀ ਹੀ ਡਿਊਟੀ ਕਰ ਰਹੀ ਸੀ। ਐਮਰਜੈਂਸੀ ਵਿੱਚ ਜਦੋਂ ਉਸਨੂੰ ਦਿਨ 'ਚ ਬੁਲਾਇਆ ਜਾਂਦਾ, ਉਹ ਦਿਨ 'ਚ ਵੀ ਚਲੀ ਜਾਂਦੀ ਸੀ। ਮੇਰੀ ਮਾਂ ਇਸ ਗੱਲ ਦੀ ਸ਼ਿਕਾਇਤ ਕਰਨ ਲੱਗੀ ਸੀ ਕਿ ਉਹ ਵਿਆਹ ਦੀ ਕਿਸੇ ਵੀ ਰਸਮ ਵਿੱਚ ਹਿੱਸਾ ਨਹੀਂ ਲੈ ਰਹੀ ਹੈ। ਮੈਂ ਮਾਂ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਸਦਾ ਕੰਮ ਹੀ ਅਜਿਹਾ ਹੈ ਕਿ ਉਹ ਛੁੱਟੀ ਨਹੀਂ ਕਰ ਸਕਦੀ। ਮੇਰੀ ਗੱਲ ਸੁਣ ਕੇ ਮੇਰੀ ਮਾਂ ਨੇ ਗੁੱਸੇ ਵਿੱਚ ਕਿਹਾ ਕਿ ਤੇਰੀ ਪਤਨੀ ਹਸਪਤਾਲ ਵਿੱਚ ਇਕੱਲੀ ਹੀ ਹੈ, ਉੱਥੇ ਕੋਈ ਹੋਰ ਡਾਕਟਰ ਨਹੀਂ ਹੈ। ਉਸ ਨੂੰ ਆਪਣੀ ਨਨਾਣ ਦੇ ਵਿਆਹ ਵਿੱਚ ਸ਼ਾਮਲ ਹੋਣਾ ਚਾਹੀਦਾ ਸੀ। ਸਾਰੇ ਰਿਸ਼ਤੇਦਾਰ ਵੀ ਪੁੱਛ ਰਹੇ ਹਨ। ਮੈਂ ਤਾਂ ਹੁਣ ਵਿੱਚ ਵਿਚਾਲੇ ਫਸ ਗਿਆ ਸੀ। ਨਾ ਤਾਂ ਮਾਂ ਸਮਝ ਰਹੀ ਸੀ ਤੇ ਨਾ ਹੀ ਰਜਨੀ ਛੁੱਟੀ ਕਰ ਰਹੀ ਸੀ। ਮਾਂ ਚਾਹੁੰਦੀ ਸੀ ਕਿ ਰਜਨੀ ਸਾਰੇ ਫਰਜ਼ ਨਿਭਾਵੇ। ਦੇਖਿਆ ਜਾਵੇ ਤਾਂ ਮਾਂ ਦੀ ਗੱਲ ਵੀ ਸਹੀ ਸੀ, ਕਿਉਂਕਿ ਰਜਨੀ ਦੇ ਘਰ ਨਾ ਹੋਣ ਕਰਕੇ ਸਭ ਨੂੰ ਇਹੀ ਲੱਗਣ ਲੱਗਿਆ ਸੀ ਕਿ ਰਜਨੀ ਤੇ ਮੇਰੀ ਮਾਂ ਵਿੱਚ ਆਪਸ ਵਿੱਚ ਬਣਦੀ ਨਹੀਂ ਹੋਣੀ। ਜਦੋਂ ਰਜਨੀ ਘਰ ਵਿੱਚ ਆਈ ਤਾਂ ਮੈਂ ਉਸ ਨੂੰ ਕਿਹਾ ਕਿ 2 ਦਿਨ ਦੀ ਛੁੱਟੀ ਲੈ ਲੈਣੀ ਸੀ। ਮਾਂ ਨੇ ਕਿਹਾ ਹੈ। ਮੇਰੀ ਗੱਲ ਸੁਣਦੇ ਹੀ ਰਜਨੀ ਗੁੱਸੇ ਵਿੱਚ ਕਹਿਣ ਲੱਗੀ ਕਿ ਮੈਂ ਇੱਕ ਡਾਕਟਰ ਹਾਂ ਤੇ ਹਸਪਤਾਲ ਵਿੱਚ ਮਰੀਜ਼ਾਂ ਨੂੰ ਮੇਰੀ ਜ਼ਰੂਰਤ ਹੁੰਦੀ ਹੈ। ਕੀ ਤੁਸੀਂ ਚਾਹੁੰਦੇ ਹੋ ਕਿ ਮੈਂ ਇਹਨਾਂ ਫਾਲਤੂ ਦੀਆਂ ਰਸਮਾਂ ਲਈ ਕੰਮ ਛੱਡ ਦੇਵਾਂ? ਮੈਨੂੰ ਲੱਗਿਆ ਕਿ ਰਜਨੀ ਵੀ ਠੀਕ ਹੀ ਕਹਿ ਰਹੀ ਹੈ। ਹਸਪਤਾਲ ਵਿੱਚ ਵੀ ਉਸ ਦੀ ਜ਼ਰੂਰਤ ਹੁੰਦੀ ਹੈ। ਜਦੋਂ ਉਹ ਆਪ ਬਿਮਾਰ ਹੁੰਦੀ ਹੈ, ਉਹ ਤਾਂ ਉਦੋਂ ਵੀ ਛੁੱਟੀ ਨਹੀਂ ਕਰਦੀ। ਪਰ ਹੁਣ ਮੈਂ ਮਾਂ ਨੂੰ ਕਿਵੇਂ ਸਮਝਾਵਾਂ? ਫਿਰ ਰਜਨੀ ਮੈਨੂੰ ਕਹਿਣ ਲੱਗੀ ਕਿ ਮੈਨੂੰ ਪਤਾ ਹੈ ਕਿ ਤੁਹਾਡੀ ਇਕਲੌਤੀ ਭੈਣ ਦਾ ਵਿਆਹ ਹੈ, ਪਰ ਮੇਰਾ ਕੰਮ ਵੀ ਜ਼ਰੂਰੀ ਹੈ। ਮੈਂ ਛੁੱਟੀ ਨਹੀਂ ਲੈ ਸਕਦੀ। ਮੈਂ ਉਸ ਦੀ ਮਜਬੂਰੀ ਨੂੰ ਸਮਝਦੇ ਹੋਏ ਕਿਹਾ ਕਿ ਤੂੰ ਆਪਣਾ ਕੰਮ ਤਸੱਲੀ ਨਾਲ ਕਰ, ਮੈਂ ਮਾਂ ਨੂੰ ਆਪੇ ਸਮਝਾ ਲਵਾਂਗਾ। ਉਹ ਕਹਿਣ ਲੱਗੀ ਕਿ ਮੈਂ ਇੰਨਾ ਪੈਸਾ ਕਮਾਉਣਾ ਚਾਹੁੰਦੀ ਹਾਂ ਕਿ ਮੈਨੂੰ ਕਿਸੇ ਚੀਜ਼ ਲਈ ਤਰਸਣਾ ਨਾ ਪਵੇ। ਰਜਨੀ ਦੀ ਇਹ ਗੱਲ ਮੈਨੂੰ ਬਹੁਤ ਅਜੀਬ ਲੱਗੀ,
ਕਿਉਂਕਿ ਸਾਡੇ ਕੋਲ ਤਾਂ ਸਭ ਕੁਝ ਸੀ। ਪਰ ਫਿਰ ਵੀ ਉਹ ਇੰਨਾ ਪੈਸਾ ਕਮਾਉਣ ਦੀ ਖਵਾਇਸ਼ ਕਿਉਂ ਕਰ ਰਹੀ ਸੀ? ਮੈਂ ਉਸ ਨੂੰ ਕਿਹਾ ਕਿ ਤੂੰ ਜੋ ਚਾਹੇ ਕਰ, ਪਰ ਵਿਆਹ ਵਾਲੇ ਦਿਨ ਛੁੱਟੀ ਕਰ ਲਈ। ਬਾਕੀ ਦਿਨ ਮੈਂ ਮਾਂ ਨੂੰ ਸਮਝਾ ਦੇਵਾਂਗਾ। ਰਜਨੀ ਨੇ ਕਿਹਾ, ਠੀਕ ਹੈ। ਪਰ ਵਿਆਹ ਵਾਲੇ ਦਿਨ ਸਭ ਕੁਝ ਬਦਲ ਗਿਆ। ਮੇਰੀ ਮਾਂ ਦਾ ਮੂਡ ਬਹੁਤ ਖਰਾਬ ਸੀ। ਆਪਣੀ ਪਸੰਦ ਦਾ ਵਿਆਹ ਕਰਨ ਕਰਕੇ ਮਾਂ ਤਾਂ ਮੇਥੋਂ ਪਹਿਲਾਂ ਹੀ ਨਾਰਾਜ਼ ਸੀ। ਉਤੋਂ ਰਜਨੀ ਦਾ ਰਵੱਈਆ ਬਲਦੀ ਤੇ ਤੇਲ ਪਾਉਣ ਦਾ ਕੰਮ ਕਰ ਰਿਹਾ ਸੀ। ਮਾਂ ਹਰ ਗੱਲ ਤੇ ਮੈਨੂੰ ਸੁਣਾਉਂਦੀ ਕਿ ਚੰਗਾ ਹੁੰਦਾ ਜੇ ਤੂੰ ਘਰੇਲੂ ਕੁੜੀ ਨਾਲ ਵਿਆਹ ਕਰਵਾ ਲੈਂਦਾ, ਘੱਟੋ ਘੱਟ ਤੈਨੂੰ ਤਾਂ ਸਮਾਂ ਦਿੰਦੀ। ਸਾਰੀ ਰਾਤ ਹਸਪਤਾਲ ਵਿੱਚ ਗੁਜ਼ਾਰ ਦਿੰਦੀ ਹੈ। ਹੁਣ ਤੱਕ ਕੋਈ ਬੱਚਾ ਵੀ ਨਹੀਂ ਹੋਇਆ। ਮੈਂ ਖਾਮੋਸ਼ੀ ਨਾਲ ਮਾਂ ਦੀਆਂ ਗੱਲਾਂ ਸੁਣ ਰਿਹਾ ਸੀ। ਰਜਨੀ ਅੱਜ ਘਰ ਹੀ ਸੀ, ਵਿਆਹ ਦੀ ਤਿਆਰੀ ਕਰ ਰਹੀ ਸੀ। ਅਸੀਂ ਪੈਲੇਸ ਨੂੰ ਜਾਣ ਹੀ ਲੱਗੇ ਸੀ ਕਿ ਅਚਾਨਕ ਰਜਨੀ ਨੂੰ ਫੋਨ ਆਇਆ ਕਿ ਹਸਪਤਾਲ ਵਿੱਚ ਐਮਰਜੈਂਸੀ ਹੈ। ਰਜਨੀ ਉਹਨਾਂ ਨੂੰ ਨਾ ਆਉਣ ਬਾਰੇ ਕਹਿ ਰਹੀ ਸੀ, ਪਰ ਨਾ ਜਾਣੇ ਉਸ ਨੂੰ ਅੱਗਿਓਂ ਉਸਨੇ ਕੀ ਕਿਹਾ ਕਿ ਉਸਨੇ ਠੀਕ ਹੈ ਕਹਿ ਕੇ ਫੋਨ ਕੱਟ ਦਿੱਤਾ। ਉਹ ਕਹਿਣ ਲੱਗੀ ਕਿ ਮਜਬੂਰੀ ਹੈ, ਕੁਝ ਦੇਰ ਲਈ ਹਸਪਤਾਲ ਜਾਣਾ ਪਵੇਗਾ। ਉਸ ਦੀ ਗੱਲ ਸੁਣ ਕੇ ਮੈਨੂੰ ਗੁੱਸਾ ਆ ਗਿਆ। ਮੈਂ ਕਿਹਾ, ਹਸਪਤਾਲ ਦੇ ਹੋਰ ਸਾਰੇ ਡਾਕਟਰ ਮਰ ਗਏ ਹਨ ਜੋ ਤੈਨੂੰ ਹੀ ਜਾਣਾ ਪੈਣਾ? ਤੂੰ ਸਾਫ਼-ਸਾਫ਼ ਮਨਾ ਕਰ ਦਿੰਦੀ। ਤਾਂ ਉਹ ਰੋਣ ਲੱਗੀ ਕਿ ਉਹ ਮੇਰਾ ਮਰੀਜ਼ ਹੈ, ਉਸ ਦੀ ਹਿਸਟਰੀ ਮੈਨੂੰ ਹੀ ਪਤਾ ਹੈ, ਇਸ ਲਈ ਮੇਰਾ ਜਾਣਾ ਜ਼ਰੂਰੀ ਹੈ। ਤੁਸੀਂ ਘਰ ਵਾਲਿਆਂ ਨੂੰ ਥੋੜ੍ਹੇ ਸਮੇਂ ਲਈ ਕੋਈ ਬਹਾਨਾ ਬਣਾ ਦਿਓ। ਨਾ ਚਾਹੁੰਦੇ ਹੋਏ ਵੀ ਮੈਂ ਰਜਨੀ ਨੂੰ ਹਸਪਤਾਲ ਦੇ ਬਾਹਰ ਛੱਡ ਆਇਆ ਅਤੇ ਕਿਹਾ ਕਿ ਛੇਤੀ ਕੰਮ ਖਤਮ ਕਰਕੇ ਆ ਜਾਵੀਂ। ਮੈਂ ਪੈਲੇਸ ਪਹੁੰਚਿਆ ਤਾਂ ਸਾਰੇ ਮਹਿਮਾਨ ਆ ਚੁੱਕੇ ਸਨ। ਮਾਂ ਮੈਨੂੰ ਰਜਨੀ ਬਾਰੇ ਪੁੱਛਣ ਲੱਗੀ ਤਾਂ ਮੈਂ ਕਿਹਾ ਕਿ ਉਹ ਪਾਰਲਰ ਗਈ ਹੈ, ਉਸ ਨੂੰ ਥੋੜ੍ਹਾ ਟਾਈਮ ਲੱਗੇਗਾ। ਬਰਾਤ ਆ ਗਈ ਸੀ। ਮੈਂ ਰਜਨੀ ਨੂੰ ਕਈ ਵਾਰ ਫੋਨ ਕੀਤਾ ਪਰ ਉਸਨੇ ਫੋਨ ਨਾ ਚੁੱਕਿਆ। ਮਾਂ ਬਾਰ-ਬਾਰ ਮੇਰੇ ਵੱਲ ਸਵਾਲੀਆ ਨਜ਼ਰ ਨਾਲ ਦੇਖ ਰਹੀ ਸੀ। ਮਹਿਮਾਨ ਵੀ ਮਨ ਆਈਆਂ ਗੱਲਾਂ ਕਰਨ ਲੱਗੇ ਸਨ। ਮੇਰੀ ਭੈਣ ਦੀ ਵਿਦਾਈ ਹੋ ਚੁੱਕੀ ਸੀ। ਮਾਂ ਕਹਿਣ ਲੱਗੀ ਕਿ ਅੱਜ ਤੇਰੀ ਪਤਨੀ ਕਰਕੇ ਮੈਨੂੰ ਲੋਕਾਂ ਦੀਆਂ ਗੱਲਾਂ ਸੁਣਨੀਆਂ ਪਈਆਂ। ਇਸ ਹਿਸਾਬ ਨਾਲ ਤਾਂ ਉਹ ਸਾਡੇ ਮਰਨ 'ਤੇ ਵੀ ਨਹੀਂ ਆਵੇਗੀ। ਮਾਂ ਦਾ ਗੁੱਸਾ ਬਿਲਕੁਲ ਜਾਇਜ਼ ਸੀ। ਸੱਚ ਤਾਂ ਇਹ ਸੀ ਕਿ ਅੱਜ ਮੈਨੂੰ ਵੀ ਰਜਨੀ 'ਤੇ ਗੁੱਸਾ ਆ ਰਿਹਾ ਸੀ। ਮੈਂ ਪੈਲੇਸ ਤੋਂ ਸਿੱਧਾ ਹਸਪਤਾਲ ਹੀ ਪਹੁੰਚ ਗਿਆ। ਅੱਜ ਤੱਕ ਮੈਂ ਹਸਪਤਾਲ ਦੇ ਅੰਦਰ ਨਹੀਂ ਗਿਆ ਸੀ, ਬਸ ਰਜਨੀ ਨੂੰ ਬਾਹਰ ਹੀ ਛੱਡ ਕੇ ਮੁੜ ਜਾਂਦਾ ਸੀ। ਪਰ ਅੱਜ ਜਦ ਮੈਂ ਹਸਪਤਾਲ ਦੇ ਅੰਦਰ ਗਿਆ ਤਾਂ ਦੇਖ ਕੇ ਹੈਰਾਨ ਰਹਿ ਗਿਆ। ਇੱਥੇ ਤਾਂ ਬੱਚੇ ਐਡਮਿਟ ਹਨ। ਮੈਂ ਰਜਨੀ ਨੂੰ ਇੱਕ ਕਮਰੇ ਵਿੱਚ ਜਾਂਦੇ ਦੇਖਿਆ, ਇਸ ਲਈ ਉਸ ਨੂੰ ਲੱਭਣ ਵਿੱਚ ਜ਼ਿਆਦਾ ਸਮਾਂ ਨਾ ਲੱਗਿਆ। ਮੈਂ ਵੀ ਉਸ ਦੇ ਪਿੱਛੇ ਹੀ ਉਸ ਕਮਰੇ ਵਿੱਚ ਚਲਾ ਗਿਆ। ਪਰ ਕਮਰੇ ਅੰਦਰ ਜੋ ਮੰਜ਼ਰ ਦੇਖਿਆ ਤਾਂ ਮੇਰਾ ਦਿਲ ਦਹਿਲ ਗਿਆ। ਕਮਰੇ ਵਿੱਚ ਰਜਨੀ ਇਕੱਲੀ ਨਹੀਂ ਸੀ, ਉਸ ਨਾਲ 4 ਮਰਦ ਵੀ ਸਨ। ਉੱਥੇ ਜੋ ਵੀ ਚੱਲ ਰਿਹਾ ਸੀ, ਮੇਰੀ ਤਾਂ ਦੇਖ ਕੇ ਧੜਕਣ ਹੀ ਰੁਕ ਗਈ ਸੀ। ਮੇਰੀ ਪਤਨੀ, ਜਿਸ ਨੂੰ ਮੈਂ ਮਸੀਹਾ ਮੰਨਦਾ ਸੀ, ਦਰਅਸਲ ਉਹ ਅੰਦਰ ਤੋਂ ਹੈਵਾਨ ਸੀ। ਮੈਂ ਹਸਪਤਾਲ ਤੋਂ ਬਾਹਰ ਆ ਕੇ ਫੁੱਟਪਾਥ 'ਤੇ ਬੈਠ ਗਿਆ। ਮੈਂ ਇੰਨੇ ਸਾਲਾਂ ਵਿੱਚ ਰਜਨੀ ਦਾ ਅਸਲੀ ਰੂਪ ਨਾ ਦੇਖ ਸਕਿਆ। ਹੁਣ ਮੈਨੂੰ ਉਸ ਨਾਲ ਨਫ਼ਰਤ ਹੋਣ ਲੱਗੀ ਤੇ ਨਾਲ-ਨਾਲ ਅਫਸੋਸ ਵੀ ਹੋ ਰਿਹਾ ਸੀ ਕਿ ਮੈਂ ਰਜਨੀ ਦਾ ਅਸਲੀ ਚਿਹਰਾ ਪਛਾਣ ਨਹੀਂ ਸਕਿਆ। ਉਸ ਦੀ ਖਾਤਰ ਮੈਂ ਆਪਣੀ ਮਾਂ ਨੂੰ ਵੀ ਨਾਰਾਜ਼ ਕਰ ਲਿਆ ਸੀ। ਮੈਂ ਤਾਂ ਉਸ ਨੂੰ ਬਹੁਤ ਪਿਆਰ ਕਰਦਾ ਸੀ, ਪਰ ਉਸ ਦੀ ਸੱਚਾਈ ਜਾਣਨ ਤੋਂ ਬਾਅਦ ਮੈਨੂੰ ਉਸ ਨਾਲ ਨਫ਼ਰਤ ਹੋ ਗਈ। ਮੈਂ ਇੱਕ ਅਜਿਹੀ ਔਰਤ ਨਾਲ ਜ਼ਿੰਦਗੀ ਗੁਜ਼ਾਰ ਰਿਹਾ ਸੀ ਜੋ ਕਿ ਔਰਤ ਕਹਾਉਣ ਦੇ ਲਾਇਕ ਵੀ ਨਹੀਂ ਸੀ। ਮੈਂ ਜਾਣ ਗਿਆ ਸੀ ਕਿ ਰੱਬ ਨੇ ਸਾਨੂੰ ਔਲਾਦ ਕਿਉਂ ਨਹੀਂ ਦਿੱਤੀ। ਮਾਂ ਬਣਨਾ ਰਜਨੀ ਵਰਗੀਆਂ ਔਰਤਾਂ ਦੀ ਕਿਸਮਤ ਵਿੱਚ ਨਹੀਂ ਹੁੰਦਾ, ਜੋ ਦੂਜਿਆਂ ਦੀ ਔਲਾਦ ਨਾਲ ਖਿਲਵਾੜ ਕਰਦੀ ਹੋਵੇ। ਬਹੁਤ ਸੋਚਣ ਤੇ ਸਮਝਣ ਤੋਂ ਬਾਅਦ ਮੈਂ ਸਿੱਧਾ ਪੁਲਿਸ ਨੂੰ ਫੋਨ ਕੀਤਾ। ਉਹਨਾਂ ਨੂੰ ਸਾਰੀ ਸੱਚਾਈ ਦੱਸ ਦਿੱਤੀ। ਪੁਲਿਸ ਵਾਲੇ ਮੌਕੇ 'ਤੇ ਪਹੁੰਚ ਗਏ। ਰਜਨੀ ਤੇ ਉਹਨਾਂ 4 ਆਦਮੀਆਂ ਨੂੰ ਗ੍ਰਿਫਤਾਰ ਕਰ ਲਿਆ। ਮੈਂ ਉਹਨਾਂ ਸਭ ਦੇ ਖਿਲਾਫ ਗਵਾਹੀ ਦੇਣ ਨੂੰ ਤਿਆਰ ਸੀ। ਰਜਨੀ ਉਹਨਾਂ ਦੇ ਨਾਲ ਮਿਲ ਕੇ ਇੱਕ ਬੱਚੇ ਦੇ ਗੁਰਦੇ ਕੱਢਣ ਦੀ ਤਿਆਰੀ ਕਰ ਰਹੀ ਸੀ। ਉਹਨਾਂ ਵਿੱਚ ਹੋਣ ਵਾਲੀ ਗੱਲਬਾਤ ਤੋਂ ਮੈਨੂੰ ਸਾਰਾ ਪਤਾ ਚੱਲ ਰਿਹਾ ਸੀ। ਇਹ ਸਾਰੇ ਮਿਲ ਕੇ ਗੈਰ ਕਾਨੂੰਨੀ ਢੰਗ ਨਾਲ ਸਾਰਾ ਕੰਮ ਕਰਦੇ ਸਨ। ਇਹ ਗਰੀਬਾਂ ਦੇ ਬੱਚੇ ਹੁੰਦੇ ਹਨ। ਹਸਪਤਾਲ ਵਾਲੇ ਰਜਨੀ ਨਾਲ ਮਿਲ ਕੇ ਮਾਸੂਮ ਬੱਚਿਆਂ ਦੇ ਅੰਗਾਂ ਦੀ ਤਸਕਰੀ ਕਰਦੇ ਸਨ। ਰਜਨੀ ਨੇ ਪੈਸਾ ਕਮਾਉਣ ਲਈ ਕਿੰਨਾ ਗਲਤ ਰਸਤਾ ਅਪਣਾਇਆ ਸੀ। ਮੈਂ ਰਜਨੀ ਨੂੰ ਪੁੱਛਿਆ ਕਿ ਕੀ ਕਮੀ ਸੀ ਸਾਡੇ ਕੋਲ ਜੋ ਤੂੰ ਇਹ ਸਭ ਕੀਤਾ। ਉਸ ਕੋਲ ਦੇਣ ਲਈ ਕੋਈ ਜਵਾਬ ਨਹੀਂ ਸੀ। ਪੈਸਿਆਂ ਦੇ ਲਾਲਚ ਵਿੱਚ ਕਦੇ-ਕਦੇ ਇਨਸਾਨ ਖੁਦ ਆਪਣੀ ਬਰਬਾਦੀ ਦਾ ਕਾਰਨ ਬਣ ਜਾਂਦਾ ਹੈ। ਤਾਂ ਦੋਸਤੋ, ਇਹ ਸੀ ਅੱਜ ਦੀ ਕਹਾਣੀ। ਜੇ ਕਹਾਣੀ ਤੁਹਾਨੂੰ ਵਧੀਆ ਲੱਗੀ ਤਾਂ ਪਲੀਜ਼ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ। ਧੰਨਵਾਦ ਜੀ।